लूका 19:1-10। ਹਾਲੇਲੂਇਆ। ਯਸ਼ੂ ਜਰੀਹੋ ਸ਼ਹਿਰ ਦੇ ਵਿੱਚੋਂ ਲੰਘ ਰਿਹਾ ਸੀ। ਜਰੀਹੋ ਵਿੱਚ ਯੱਕੀ ਨਾਂ ਦਾ ਇੱਕ ਆਦਮੀ ਸੀ। ਉਹ ਇੱਕ ਅਮੀਰ ਅਤੇ ਪ੍ਰਧਾਨ ਮਸੂਲੀਆ ਸੀ। ਉਹ ਵੇਖਣਾ ਚਾਹੁੰਦਾ ਸੀ ਕਿ ਇਹ ਯਸ਼ੂ ਕੌਣ ਹੈ। ਹੋਰ ਵੀ ਬੜੇ ਲੋਕ ਉੱਥੇ ਸਨ ਜਿਹੜੇ ਕਿ ਉਸਨੂੰ ਵੇਖਣਾ ਚਾਹੁੰਦੇ ਸਨ। ਕਿਉਂਕਿ ਯੱਕੀ ਮਰਦ ਸੀ, ਉਹ ਭੀੜ ਵਿੱਚ ਯਸ਼ੂ ਨੂੰ ਨਾ ਵੇਖ ਸਕਿਆ। ਇਸ ਲਈ ਉਹ ਰਾਹ ਦੇ ਉਸ ਹਿੱਸੇ ਵੱਲ ਅੱਗੇ ਨੱਸਿਆ ਜਿੱਧਰੋਂ ਯਸ਼ੂ ਆ ਰਿਹਾ ਸੀ। ਫਿਰ ਉਹ ਉਸਨੂੰ ਵੇਖਣ ਲਈ ਗੁਲਰ ਦੇ ਰੁੱਖ ਤੇ ਚੜ੍ਹ ਗਿਆ। ਜਦੋਂ ਯਸ਼ੂ ਉਸ ਥਾਵੇਂ ਅੱਪੜਿਆ, ਉਸ ਉੱਪਰ ਤੱਕਿਆ ਅਤੇ ਯੱਕੀ ਨੂੰ ਰੁੱਖ ਉੱਤੇ ਵੇਖਿਆ। ਯਸ਼ੂ ਨੇ ਉਸਨੂੰ ਆਖਿਆ, ਯੱਕੀ ਜਲਦੀ ਹੇਠਾਂ ਉਤਰ ਆ, ਅੱਜ ਰਾਤ ਮੈਂ ਤੇਰੇ ਘਰ ਰੁਕਣਾ ਹੈ। ਯੱਕੀ ਫਟਾਫਟ ਹੇਠਾਂ ਉਤਰਿਆ ਅਤੇ ਉਸਨੇ ਖੁਸ਼ੀ ਨਾਲ ਯਸ਼ੂ ਨੂੰ ਆਪਣੇ ਘਰ ਸੱਦਾ ਦਿੱਤਾ। ਸਭ ਲੋਕਾਂ ਨੇ ਇਹ ਨਜ਼ਾਰਾ ਵੇਖਿਆ ਅਤੇ ਉਹ ਸ਼ਿਕਾਇਤ ਕਰਨ ਲੱਗਿਆ, ਵੇਖੋ ਯਸ਼ੂ ਇੱਕ ਪਾਪੀ ਦੇ ਘਰ ਠਹਿਰਨ ਗਿਆ ਹੈ। ਪਰ ਯੱਕੀ ਉੱਪਰ ਉੱਠਿਆ ਅਤੇ ਆਖਿਆ, ਪ੍ਰਭੂ ਮੈਂ ਆਪਣਾ ਅੱਧਾ ਗਰੀਬਾਂ ਨੂੰ ਦੇਣ ਦਾ ਇਕਰਾਰ ਕਰਦਾ ਹਾਂ। ਜੇਕਰ ਮੈਂ ਕਿਸੇ ਨਾਲ ਧੋਖਾ ਕਰਾਂ ਤਾਂ ਉਸਦਾ ਚੌਗਣਾ ਉਸ ਮਨੁੱਖ ਨੂੰ ਮੋੜਾਂਗਾ। ਯਸ਼ੂ ਨੇ ਕਿਹਾ, ਅੱਜ ਇਸ ਖਾਨਦਾਨ ਲਈ ਮੁਕਤੀ ਆਈ ਹੈ ਕਿਉਂਕਿ ਇਹ ਮਸੂਲੀਆ ਵੀ ਪਰਮੇਸ਼ਰ ਦੇ ਚੁਣੇ ਹੋਏ ਲੋਕਾਂ ਵਿੱਚੋਂ ਇੱਕ ਹੈ। ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਹੈ। ਆਮੀਨ। Amen, amen, amen. Thank you for reading that. Luke 19:1-10 से Luke 19:1-10 से रिकॉर्डिंग हो रहा है, इसलिए मैंने दोबारा ये जिक्र किया. Praise the Lord. Yes, this is a very, very famous, well-known story in the Bible. ਇਹ ਬਹੁਤ ਹੀ ਮਸ਼ਹੂਰ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ, ਜਿਵੇਂ ਕਿ ਅਸੀਂ ਜਾਣਦੇ ਹਾਂ ਇਸ ਕਹਾਣੀ ਦੇ ਬਾਰੇ ਬਾਈਬਲ ਦੇ ਵਿੱਚੋਂ। And this story has touched many lives. ਤੇ ਇਹ ਜਿਹੜੀ ਕਹਾਣੀ ਹੈ ਇਹਨੇ ਬੜਿਆਂ ਭੈਣਾਂ ਭਰਾਵਾਂ ਦੀ ਜ਼ਿੰਦਗੀ ਨੂੰ ਛੂਹਿਆ। Many preachers use this story when they preach. ਤੇ ਬਹੁਤ ਹੀ ਜਿਹੜੇ ਪ੍ਰਚਾਰਕ ਨੇ ਉਸ ਕਹਾਣੀ ਨੂੰ ਯੂਜ਼ ਕਰਦੇ ਨੇ, ਲੈਂਦੇ ਨੇ ਜਦੋਂ ਪ੍ਰਚਾਰ ਕਰਦੇ ਨੇ। Because it is relevant for the day. ਕਿਉਂਕਿ ਇਹ ਖਾਸ ਜਿਹੜੀ ਚੀਜ਼ ਆ ਉਸ ਦੇ ਸਮੇਂ ਦੇ ਲਈ ਸੀਗੀ। Beautiful, beautiful. आज के समय के लिए, praise the Lord. So here we have Zacchaeus, a chief tax collector. Make note of that. He is not just a tax collector. He is a chief tax collector. ਇਸ ਚੀਜ਼ ਦਾ ਇੱਕ ਦੇਖੋ ਤੁਸੀਂ ਲਿਖ ਸਕਦੇ ਹੋ ਤੇ ਲਿਖੋ ਖਾਸ ਕਰਕੇ ਕਿ ਜਿਹੜਾ ਯੱਕੀ ਮਸੂਲੀਆ ਸੀਗਾ ਉਹ ਸਿਰਫ ਇੱਕ ਮਸੂਲੀਆ ਹੀ ਨਹੀਂ ਸੀ, ਕਰਜ਼ ਲੈਣ ਵਾਲਾ ਹੀ ਨਹੀਂ ਸੀ, ਬਲਕਿ ਬਹੁਤ ਹੀ ਕਹਿ ਲਓ ਵੀ ਇੱਕ ਚੀਪਰ ਜਿਹੜਾ ਕਿ ਕੁਝ ਵੀ ਮਤਲਬ ਵੀ ਨਹੀਂ ਸੀ ਕਰਦਾ। बहुत ही ज्यादा मतलब इस तरह का मसूलियत सीगा। हाँ, महा ना, महा चीफ का मतलब महा होता है ना। Yeah. हाँ, and the Bible says he was a rich man, rich man. ਤੇ ਉਹ ਇੰਨਾ ਕਿ ਜ਼ਿਆਦਾ ਅਮੀਰ ਸੀ ਕਿ ਆਪਾਂ ਸੋਚ ਵੀ ਨਹੀਂ ਸਕਦੇ, ਬਹੁਤ ਜ਼ਿਆਦਾ ਅਮੀਰ ਬੰਦਾ ਸੀਗਾ ਉਹ। So he has got a position, he's got wealth, he's got status in the society in some ways. ਤੇ ਉਹਦੇ ਕੋਲ ਕਹਿ ਲਓ ਵੀ ਇੱਕ ਪਹਿਚਾਣ ਸੀਗੀ ਆਪਦੀ ਸੁਸਾਇਟੀ ਦੇ ਵਿੱਚ, ਆਪਣੇ ਆਸ-ਪਾਸ ਦੇ ਲੋਕਾਂ ਦੇ ਵਿੱਚ ਇੱਕ ਅੱਛੀ ਇੱਜ਼ਤ ਵੀ ਸੀਗੀ ਕਿ ਉਹ ਇੱਕ ਅਮੀਰ ਬੰਦਾ ਸੀਗਾ। ਇਸ ਕਰਕੇ हाँ, सॉरी, अच्छी इज्जत का मैंने गलत कहा है। ड्यूरिंग दोज डेज व्हेन यू वर अ टैक्स कलेक्टर, इज्जत नहीं होती थी बिकॉज लोग चोरी करते थे, बिकॉज दे यूज्ड टू टैक्स पीपल एंड पीपल वर नॉट वेरी हैप्पी अबाउट देम। सो ये थोड़ा सा मैंने गलत कहा, माफ करो कि ਜਿਹੜਾ ਉਸ ਸਮੇਂ ਜਿਹੜਾ ਸਮਾਂ ਸੀਗਾ ਜਦੋਂ ਇਹ ਯੱਕੀ ਮਸੂਲੀਆ ਸੀਗਾ, ਟੈਕਸ ਲੈਂਦਾ ਹੁੰਦਾ ਸੀ, ਕਰਜ਼ ਲੈਂਦਾ ਸੀਗਾ, ਜਿਹੜਾ ਉਹਨੂੰ ਦਿੱਤਾ ਹੁੰਦਾ ਸੀਗਾ, ਤਾਂ ਉਸ ਸਮੇਂ ਇਹਨਾਂ ਦੀ ਜਿਹੜੀ ਖਾਸ ਕੋਈ ਇੱਜ਼ਤ ਨਹੀਂ ਸੀ ਹੁੰਦੀ ਸਮਾਜ ਦੇ ਵਿੱਚ। especially later on we'll read that he said he will give back to those who he has stolen from. That means he was a stealer, a chor tha wo. So but if you were a good tax collector, I think, which was very, very few and rare, then it would have been a different story. But this Zacchaeus was not a honest man, I think, according to the Bible. ਅਸੀਂ ਆਖਰ ਦੇ ਵਿੱਚ ਜਿਵੇਂ ਕਹਾਣੀ 'ਚ ਪੜ੍ਹਿਆ, ਠੀਕ ਹੈ, ਕਿ ਉਹਨੇ ਕਿਹਾ ਕਿ ਅਗਰ ਮੈਂ ਕਿਸੇ ਤੋਂ ਚੋਰੀ ਵੀ ਲੈ ਕੇ ਕੀਤਾ ਤਾਂ ਮੈਂ ਉਸਦਾ ਵੀ ਮੋੜਾਂਗਾ। ਇਹਦਾ ਮਤਲਬ ਕਿ ਉਹ ਇੱਕ ਤਰ੍ਹਾਂ ਦਾ ਚੋਰ ਵੀ ਸੀਗਾ। ਪਰ ਜਿਹੜੇ ਸਮੇਂ ਯੱਕੀ ਮਸੂਲੀਆ ਕਰਜ਼ ਲੈਂਦਾ ਸੀਗਾ, ਠੀਕ ਹੈ, ਉਸ ਸਮੇਂ ਦੇ ਜਿਹੜੇ ਹੋਰ ਮਸੂਲੀਏ ਸੀਗੇ ਜਿਹੜੇ ਕਰਜ਼ ਦਿੰਦੇ ਸੀਗੇ ਤੇ ਲੈਂਦੇ ਸੀ, ਤਾਂ ਉਹ ਬੜੇ ਥੋੜੇ ਸੀ ਜਿਹੜੇ ਇਮਾਨਦਾਰ ਸੀ, ਪਰ ਇਹ ਉਹਨਾਂ ਵਿੱਚੋਂ ਨਹੀਂ ਸੀਗਾ, ਬਲਕਿ ਇਹ ਇੱਕ ਤਰ੍ਹਾਂ ਦਾ ਚੋਰ ਸੀਗਾ ਜੋ ਕਿ ਕਰਜ਼ ਦੇ ਉੱਤੇ ਜ਼ਿਆਦਾ ਹੀ ਟੈਕਸ ਲਗਾਉਂਦਾ ਸੀਗਾ। That is also part of the story, but I want to highlight
that he did not need God because he had everything. He had the money, he had a job, he was settled, and there was no need of looking for God like many rich people would do. ਤੇ ਉਸ ਸਮੇਂ ਜਿਵੇਂ ਕਿ ਆਪਾਂ ਪੜ੍ਹਿਆ ਯੱਕੀ ਦੇ ਬਾਰੇ ਕਿ ਉਹ ਬੜਾ ਅਮੀਰ ਬੰਦਾ ਸੀਗਾ ਤੇ ਉਹਦਾ ਕੰਮ ਵੀ ਬੜਾ ਵਧੀਆ ਸੈੱਟ ਸੀ, ਉਹਦੇ ਕੰਮ ਤੇ ਸੀਗਾ, ਪੈਸਾ ਉਹਦੇ ਕੋਲ ਸੀ, ਸਾਰਾ ਘਰ-ਬਾਰ ਉਹਦਾ ਸਭ ਕੁਝ ਸੈੱਟ ਸੀ ਤੇ ਉਸ ਸਮੇਂ ਦੇ ਹਾਲਾਤ ਦੇ ਵਿੱਚ ਉਸ ਨੂੰ ਕੀ ਹੈ ਪਰਮੇਸ਼ਰ ਦੀ ਕੋਈ ਜ਼ਰੂਰਤ ਨਹੀਂ ਸੀਗੀ ਕਿਉਂਕਿ ਉਸ ਕੋਲੇ ਸਭ ਕੁਝ ਸੀਗਾ। ਤੇ ਜਿਵੇਂ ਕਿ ਅੱਜ ਵੀ ਆਪਾਂ ਦੇਖਦੇ ਹਾਂ ਕਿ ਕਈ ਅਮੀਰ ਲੋਕ ਅੱਜ ਵੀ ਇਦਾਂ ਹੀ ਕਰਦੇ ਨੇ ਕਿ ਖੁਦਾ ਦੀ ਉਹਨਾਂ ਨੂੰ ਪਰਮੇਸ਼ਰ ਦੀ ਕੋਈ ਜ਼ਰੂਰਤ ਨਹੀਂ ਤੇ ਉਸੇ ਸਮੇਂ ਉਵੇਂ ਹੀ ਯੱਕੀ ਨੂੰ ਸੀਗਾ ਕਿ ਉਹਨੂੰ ਪਰਮੇਸ਼ਰ ਦੀ ਕੋਈ ਜ਼ਰੂਰਤ ਨਹੀਂ ਸਮਝਦਾ ਸੀਗਾ ਉਹ। Please don't misunderstand me. I'm not saying that the rich people don't need God. What I'm trying to say is that the rich people don't usually would seek God. That is what I'm trying to say. ਤੇ ਇਹਦਾ ਮਤਲਬ ਇਹ ਨਾ ਤੁਸੀਂ ਸਮਝੋ, ਮੇਰੇ ਗਲਤ ਨਾ ਸਮਝੋ ਕਹਿਣ ਦਾ ਤਰੀਕੇ ਨੂੰ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਅਮੀਰ ਲੋਕਾਂ ਨੂੰ ਖੁਦਾ ਦੀ ਜ਼ਰੂਰਤ ਨਹੀਂ, ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਅਮੀਰ ਲੋਕ ਨੇ ਜਿਹੜੇ ਉਹ ਜ਼ਿਆਦਾ ਜਿਹੜਾ ਧਿਆਨ ਹੈ ਜਿਹੜਾ ਪਰਮੇਸ਼ਰ ਵੱਲ ਨਹੀਂ ਲਗਾਉਂਦੇ। Because the Bible also says that it is so difficult for a rich man to enter into the kingdom of God, but it says that even the camel could enter into the eye of the needle. ਤੇ ਦੇਖੋ ਜਿਵੇਂ ਕਿ ਬਾਈਬਲ ਦੇ ਵਿੱਚ ਵੀ ਲਿਖਿਆ ਕਿ ਅਮੀਰ ਜਿਹੜੇ ਇਨਸਾਨ ਨੇ, ਅਮੀਰ ਲੋਕ ਨੇ, ਉਹਨਾਂ ਦੇ ਲਈ ਬੜਾ ਹੀ ਔਖਾ ਹੈ ਪਰਮੇਸ਼ਰ ਦੇ ਰਾਜ ਦੇ ਵਿੱਚ ਅੰਦਰ ਆਉਣਾ। ਜਿਵੇਂ ਕਿ ਇੱਕ ਮੌਕੇ ਹੈ ਜਿਹੜਾ ਕਿ ਊਠ ਹੈ, ਉਹ ਵੀ ਜਿਹੜੀ ਸੂਈ ਹੁੰਦੀ ਹੈ, ਸੂਈ ਦੀ ਜਿਹੜੀ ਮੋਹਰੀ ਹੁੰਦੀ ਜਿਹਦੇ ਵਿੱਚ ਆਪਾਂ ਤਾਗਾ ਟਪਾਉਣੇ ਆ, ਉਹਦੇ ਵਿੱਚ ਦੀ ਉੱਠ ਵੀ ਇੱਕ ਮੌਕੇ ਨਿਕਲ ਸਕਦਾ ਹੈ, ਪਰ ਅਮੀਰ ਦੇ ਲਈ ਇੰਨਾ ਜ਼ਿਆਦਾ ਔਖਾ ਹੈ ਸਵਰਗ ਦੇ ਰਾਜ ਦੇ ਵਿੱਚ ਐਂਟਰ ਹੋਣਾ। I want to explain a little bit about the ऊंट when it says that the camel will easily go through the eye of the needle. Actually, it is not the needle that we use to stitch, but it was a gate in Israel, and the camel had to bow down, and it was difficult for the camel to enter that gate, especially in those days when the camels were part of the transport for goods and materials. And so the camel had to come through the gate, and the camel had to really come down, and with great difficulty the camel would enter the gate. So it was not an easy task for the camel, because when I was in Israel, I learned this that it is not actually the needle, but it was the gate which the camel would find it difficult. That's why Jesus was trying to say things according to the situation, and he said, for it is easier for this camel to go through the gate. In other words, of course it is not still easy, but still the camel would go, but not a rich man easily would get into the kingdom of God. So I hope the winner can explain, because I was too long. ਤੇ ਪਾਸਟਰ ਜੋਨੀ ਨੇ ਥੋੜਾ ਜਿਹਾ ਐਕਸਪਲੇਨ ਕੀਤਾ, ਠੀਕ ਹੈ, ਨੀਡਲ ਇੱਕ ਸੂਈ ਦੇ ਬਾਰੇ, ਜਿਹੜੀ ਸੂਈ ਦੀ ਗੱਲ ਕੀਤੀ ਹੈ ਪਾਸਟਰ ਜੋਨੀ ਨੇ, ਉਹ ਸੂਈ ਦੇ ਬਾਰੇ ਇਹ ਗੱਲਬਾਤ ਕੀਤੀ ਹੈ ਕਿ ਸੂਈ ਹੈ ਜਿਹੜਾ ਇੱਕ ਗੇਟ ਹੈ ਇਜ਼ਰਾਈਲ ਦੇ ਵਿੱਚ, ਠੀਕ ਹੈ, ਤੇ ਉਸ ਦਾ ਨਾਮ ਹੀ ਉਹਦੀ ਜਿਹੜੀ ਨੀਡਲ, ਉਹਦੀ ਜਿਹੜਾ ਗੇਟ ਹੈ, ਉਸ ਗੇਟ ਦੇ ਵਿੱਚ ਦੀ ਜਦੋਂ ਊਠ ਨੂੰ ਲੰਘਣਾ ਪੈਂਦਾ ਤਾਂ ਉਹਨੂੰ ਆਪਣੇ ਆਪ ਨੂੰ ਝੁਕਾਉਣਾ ਪੈਂਦਾ ਮੂਹਰਲੇ ਪੈਰਾਂ ਦੇ ਨਾਲ ਤੇ ਹੇਠ ਲੈਣ ਨੂੰ। ਇਹ ਬਹੁਤ ਹੀ ਔਖਾ ਊਠ ਦੇ ਲਈ ਕਿ ਝੁੱਕ ਕੇ ਉਸ ਗੇਟ ਦੇ ਵਿੱਚ ਦੀ ਨਿਕਲੇ। ਪਰ ਉਹ ਜਿਹੜੀ ਚੀਜ਼ ਹੈ ਕਿ ਉਹ ਵੀ ਊਠ ਜਿਹੜੀ ਜਦੋਂ ਪਾਸਟਰ ਜੋਨੀ ਕਹਿੰਦੇ ਮੈਂ ਇਜ਼ਰਾਈਲ ਦੇ ਵਿੱਚ ਮੈਂ ਦੇਖਿਆ ਉਸ ਚੀਜ਼ ਨੂੰ, ਪਰ ਉਹ ਵੀ ਇੱਕ ਮੌਕੇ ਊਠ ਹੈ ਜਿਹੜੇ ਕਰ ਸਕਦੇ ਨੇ ਆਪਣੇ ਆਪ ਨੂੰ ਝੁਕਾ ਕੇ ਆਪਣੇ ਆਪ ਨੂੰ ਉਸ ਗੇਟ ਦੇ ਥਰੂ ਬਾਹਰ ਨਿਕਲ ਸਕਦੇ ਨੇ, ਜਾਂ ਜਿੱਥੋਂ ਗੇਟ ਦੇ ਅੰਦਰ ਦੀ ਨਿਕਲ ਸਕਦੇ ਨੇ। ਪਰ ਇਮਾਨ ਦਾ ਜਿਹੜਾ ਅਮੀਰ ਬੰਦਾ ਉਹਦੇ ਲਈ ਓਨਾ ਔਖਾ ਹੈ ਪਰਮੇਸ਼ਰ ਦੇ ਰਾਜ ਦੇ ਵਿੱਚ ਜਾਣਾ। So I'm just giving a background here that it was not easy for Zacchaeus to just seek God, but there was something very, very deep within him, that there was a desire to see Jesus, and that was amazing in his life. ਉਸੇ ਹੀ ਤਰ੍ਹਾਂ ਜਿਵੇਂ ਇੱਕ ਯੱਕੀ ਸੀਗਾ, ਉਹਨੂੰ ਬੜਾ ਔਖਾ ਸੀ ਕਿਉਂਕਿ ਇੱਕ ਕੱਦ ਛੋਟਾ ਸੀ, ਉਹਦਾ ਬੜਾ ਔਖਾ ਸੀਗਾ ਉਹਨੂੰ ਉਸ ਭੀੜ ਦੇ ਵਿੱਚੋਂ ਯਿਸੂ ਮਸੀਹ ਨੂੰ ਦੇਖ ਪਾਉਣਾ, ਪਰ ਫਿਰ ਵੀ ਉਹਦੇ ਅੰਦਰ ਇੱਕ ਚਾਹਤ ਸੀਗੀ ਮਨ ਦੀ ਕਿ ਨਹੀਂ ਮੈਂ ਇਸ ਚੀਜ਼ ਨੂੰ ਦੇਖਣਾ ਹੈ। ਤਾਂ ਉਸ ਚਾਹਤ ਨੂੰ ਦੇਖਦੇ ਹੋਏ ਉਸਨੇ ਕੋਸ਼ਿਸ਼ ਕੀਤੀ ਕਿ ਮੈਂ ਦਰਖਤ ਦੇ ਉੱਤੇ ਜਾ ਕੇ ਉਸ ਚੀਜ਼ ਨੂੰ ਕਰ ਪਾਵਾਂ। In verse 3 it says that he was trying to see Jesus, but he could not see. ਤੇ ਦੇਖੋ ਤੀਸਰੀ ਵਰਸ ਦੇ ਵਿੱਚ ਲਿਖਿਆ ਵੀ ਹੋਇਆ ਕਿ ਪ੍ਰਭੂ ਯਿਸੂ ਮਸੀਹ ਨੂੰ ਦੇਖਣ ਦੇ ਲਈ ਯੱਕੀ ਨੇ ਪੂਰੀ ਆਪਣੀ ਕੋਸ਼ਿਸ਼ ਕੀਤੀ, ਪਰ ਉਹ ਦੇਖ ਨਾ ਪਾਇਆ। And it is saying that he could not see because of the crowd, and because he was small in height. ਤੇ ਉਹ ਇਸ ਕਰਕੇ ਨਹੀਂ ਦੇਖ ਪਾਇਆ ਕਿਉਂਕਿ ਜਿਵੇਂ ਬਾਈਬਲ ਦੇ ਵਿੱਚ ਵੀ ਲਿਖਿਆ ਹੈ, ਇੱਕ ਤਾਂ ਉੱਥੇ ਭੀੜ ਬਹੁਤ ਜ਼ਿਆਦਾ ਸੀ ਪ੍ਰਭੂ ਯਿਸੂ ਮਸੀਹ ਦੇ ਆਲੇ ਦੁਆਲੇ, ਔਰ ਦੂਸਰੀ ਚੀਜ਼ ਖਾਸ ਕੀ ਸੀਗੀ ਕਿ ਜਿਹੜਾ ਉਹਦਾ ਕੱਦ ਵੀ ਬੜਾ ਛੋਟਾ ਸੀਗਾ। And many times in our lives that when we want to see Jesus, when we want to meet Jesus, there can be spiritual crowd, spiritual bid,
that will stop us, and maybe there will be a spiritual kamzori, that we would not be able to see Jesus, like he was small in his height. ਤੇ ਮੇਰਾ ਮੰਨਣਾ ਇਹ ਵੀ ਹੈ ਜਿਵੇਂ ਕਿ ਉਹਦਾ ਕੱਦ ਛੋਟਾ ਸੀਗਾ ਤੇ ਉਹ ਪ੍ਰਭੂ ਯਿਸੂ ਮਸੀਹ ਨਹੀਂ ਦੇਖ ਪਾਇਆ, ਉਸੇ ਤਰ੍ਹਾਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਕਈ ਵਾਰ ਸਾਡੀ ਆਤਮਿਕ ਜਿਹੜੀ ਜ਼ਿੰਦਗੀ ਹੁੰਦੀ ਹੈ, ਆਤਮਿਕ ਕਰਾਊਡ ਇੰਨਾ ਕੁ ਭੀੜ ਹੁੰਦੀ ਹੈ ਕਿ ਅਸੀਂ ਉਹਦੇ ਵਿੱਚ ਕਮਜ਼ੋਰ ਹੁੰਦੇ ਹਾਂ ਤੇ ਸਾਡਾ ਜਿਹੜਾ ਕੱਦ ਉਹ ਆਤਮਿਕ ਤੌਰ ਤੇ ਛੋਟਾ ਹੁੰਦਾ ਕਿ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਦੇਖ ਪਾਉਂਦੇ। But that did not stop Zacchaeus to seek and to find Jesus. That did not stop him. ਪਰ ਉਹਦਾ ਜਿਹੜਾ ਕੱਦ ਛੋਟਾ ਸੀ ਉਹਦਾ ਉਹ ਕਾਰਨ ਨਹੀਂ ਬਣਿਆ ਕਿ ਉਹ ਯਿਸੂ ਮਸੀਹ ਨੂੰ ਨਹੀਂ ਦੇਖ ਪਾਇਆ, ਬਲਕਿ ਉਹਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਉਸ ਚੀਜ਼ ਨੂੰ ਕਰਨ ਦੇ ਲਈ। Many of us might have said, oh, there is a crowd here, I am small, I think I better go home, I don't want to continue looking for Jesus, it's going to be too much hard work. ਤੇ ਕਈ ਵਾਰ ਸਾਡੀਆਂ ਭੈਣਾਂ ਭਰਾਵਾਂ ਦੀ ਜ਼ਿੰਦਗੀਆਂ ਦੇ ਵਿੱਚ ਵੀ ਅਸੀਂ ਆਪਣੀ ਲਾਈਫ ਦੇ ਵਿੱਚ ਵੀ ਦੇਖੀਏ ਕਿ ਕਈ ਵਾਰ ਅਸੀਂ ਵੀ ਉਸ ਭੀੜ ਨੂੰ ਦੇਖ ਕੇ ਕੀ ਹੈ ਆਪਣੇ ਆਪ ਨੂੰ ਮੋੜ ਲੈਂਦੇ ਹਾਂ ਕਿ ਭੀੜ ਹੈ ਇੱਥੇ, ਠੀਕ ਹੈ, ਤੇ ਇੱਥੇ ਬਹੁਤ ਹੀ ਜ਼ਿਆਦਾ ਜਿਹੜੀ ਮਿਹਨਤ ਕਰਨੀ ਪਊਗੀ, ਮਿਹਨਤ ਕਰਕੇ ਫਿਰ ਅਸੀਂ ਯਿਸੂ ਮਸੀਹ ਨੂੰ ਦੇਖ ਸਕਦੇ ਹਾਂ, ਤਾਂ ਉਸ ਮਿਹਨਤ ਤੋਂ ਭੱਜ ਜਾਂਦੇ ਨੇ ਤੇ ਪਿੱਛੇ ਮੁੜ ਜਾਂਦੇ ਨੇ ਕਿ ਸਾਡਾ ਕੱਦ ਜਿਹੜਾ ਉਸ ਚੀਜ਼ ਦੇ ਵਿੱਚ ਛੋਟਾ ਹੈ। I was talking to somebody last night, ਤੇ ਮੈਂ ਕਿਸੇ ਨਾਲ ਗੱਲਬਾਤ ਕਰ ਰਿਹਾ ਸੀ ਪਿਛਲੀ ਰਾਤ, and I was quite shocked ਮੈਂ ਥੋੜਾ ਜਿਹਾ ਹੈਰਾਨ ਹੋਇਆ ਉਹਦੇ ਨਾਲ ਗੱਲ ਕਰਦਾ ਹੋਇਆ when I came to know that the person is not coming to church because the person doesn't know about the buses to come to Nicosia from not very far from the church. Actually, maybe only one bus will take the person to the church. ਤੇ ਮੈਂ ਬੜਾ ਹੈਰਾਨ ਹੋਇਆ ਕੱਲ ਰਾਤ ਜਦੋਂ ਮੈਂ ਇੱਕ ਇਨਸਾਨ ਨਾਲ ਗੱਲਬਾਤ ਕਰ ਰਿਹਾ ਸੀ, ਮੈਂ ਹੈਰਾਨ ਹੋਇਆ ਜਦੋਂ ਮੈਨੂੰ ਉਹਨੇ ਦੱਸਿਆ ਕਿ ਉਹਨੂੰ ਬੱਸ ਦਾ ਨਹੀਂ ਪਤਾ ਜਾਂ ਬੱਸ ਦੀ ਪ੍ਰੋਬਲਮ ਕਰਕੇ ਉਹ ਚਰਚ ਨਹੀਂ ਆ ਰਹੀ ਹੈ, ਤੇ ਬਲਕਿ ਉਹ ਚਰਚ ਤੋਂ ਜ਼ਿਆਦਾ ਦੂਰ ਵੀ ਨਹੀਂ ਰਹਿੰਦੀ ਹੈ, ਅਗਰ ਦੇਖਿਆ ਜਾਵੇ ਤੇ ਉਹ ਇੱਕ ਬੱਸ ਹੀ ਫੜ ਕੇ ਚਰਚ ਦੇ ਵਿੱਚ ਆ ਸਕਦੀ ਹੈ, ਪਰ ਮੈਂ ਫਿਰ ਵੀ ਹੈਰਾਨ ਹੋਇਆ ਕਿ ਉਹਨੇ ਬੱਸ ਦਾ ਰੀਜ਼ਨ ਦਿੱਤਾ। I was really shocked. How can people be like this? They can't find the bus number, they can't find where the bus stop is, and make a little effort to come to church on a Sunday. I was quite surprised. I was really shocked, believe me. ਮੈਂ ਬਹੁਤ ਨਹੀਂ ਥੋੜਾ ਜਿਹਾ ਹੈਰਾਨ ਹੋਇਆ ਇਸ ਚੀਜ਼ ਤੋਂ ਕਿ ਕਿਸ ਤਰ੍ਹਾਂ ਦੇ ਇਨਸਾਨ ਵੀ ਇਸ ਦੁਨੀਆ ਦੇ ਵਿੱਚ ਨੇ ਕਿ ਜਿਹੜੇ ਇੱਕ ਬੱਸ ਦੀ ਭਾਲ ਨਹੀਂ ਕਰ ਸਕਦੇ, ਜਿਹੜੀ ਉਹਨਾਂ ਦੇ ਬਿਲਕੁਲ ਘਰ ਦੇ ਕੋਲੇ ਹੈ, ਤੇ ਉਹ ਬੱਸ ਨੂੰ ਇੱਕ ਬੱਸ ਨੰਬਰ ਨਹੀਂ ਜਾਣ ਸਕਦੇ ਕਿ ਬੱਸ ਨੰਬਰ ਨੂੰ ਜਾਣਨ ਤੇ ਬੱਸ ਨੂੰ ਫੜ ਕੇ ਥੋੜਾ ਜਿਹਾ ਆਪਣਾ ਮਿਹਨਤ ਕਰਕੇ ਬੱਸ ਫੜ ਕੇ ਚਰਚ ਆ ਸਕਣ। ਮੈਂ ਹੈਰਾਨ ਹੋਇਆ ਇਸ ਚੀਜ਼ ਤੋਂ। I'm sure many people, when they want to find some information or they are looking for something, they go to Google and get their information. They know what to do. But when it comes to church, they don't want to use the Google. ਤੇ ਜਦੋਂ ਕੋਈ ਵੀ ਕਿਸੇ ਤਰ੍ਹਾਂ ਦਾ ਹੋਰ ਗਿਆਨ ਕਿਸੇ ਤਰ੍ਹਾਂ ਦਾ ਲੈਣਾ ਹੁੰਦਾ ਕਿਸੇ ਵੀ ਮੇਰੇ ਭੈਣ ਭਰਾ ਨੇ, ਤਾਂ ਉਸ ਅਸੀਂ ਗੂਗਲ ਤੇ ਸਰਚ ਮਾਰਦੇ ਹਾਂ ਤੇ ਉਸ ਗਿਆਨ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਦੋਂ ਅਸੀਂ ਚਰਚ ਜਾਣਾ ਹੁੰਦਾ, ਬੱਸ ਨੰਬਰ ਲੱਭਣਾ ਹੁੰਦਾ, ਤਾਂ ਅਸੀਂ ਕਦੇ ਵੀ ਗੂਗਲ ਤੇ ਸਰਚ ਨਹੀਂ ਕਰਦੇ ਕਿ ਕਿੰਨੇ ਨੰਬਰ ਬੱਸ ਜਾ ਸਕਦੇ, ਜੇ ਕੀ ਗੱਲਬਾਤ। But Zacchaeus was different. ਪਰ ਯੱਕੀ ਸੀ ਜਿਹੜਾ ਉਹ ਵੱਖਰਾ ਸੀਗਾ। Zacchaeus had Googled where Jesus was and where he was coming to. ਤੇ ਯੱਕੀ ਦੇ ਕੋਲੇ ਉਹ ਗੂਗਲ ਸੀ ਜੋ ਪ੍ਰਭੂ ਯਿਸੂ ਸੀ ਜੋ ਉਹਦੇ ਕੋਲ ਦੀ ਜਾ ਰਿਹਾ ਸੀਗਾ। And he came to that very location where Jesus was coming to, even though he had no idea that there would be the crowd, that he would be small. He did not care about it. He came. ਈਵਨ ਕਿ ਜਦੋਂ ਉਹਨੂੰ ਪਤਾ ਲੱਗਾ ਕਿ ਉਸੇ ਰਸਤੇ ਵਿੱਚ ਦੀ ਪ੍ਰਭੂ ਯਿਸੂ ਮਸੀਹ ਆ ਰਿਹਾ, ਉਹਨੇ ਇਹ ਪ੍ਰਵਾਹ ਨਹੀਂ ਕੀਤੀ ਕਿ ਉੱਥੇ ਬਹੁਤ ਸਾਰੀ ਭੀੜ ਹੈ, ਮੈਂ ਕਿਵੇਂ ਦੇਖਾਂਗਾ ਜਾਂ ਕੀ ਗੱਲਬਾਤ ਹੋਗੀ, ਪਰ ਉਹਦੇ ਅੰਦਰ ਦੀ ਇੱਕ ਚਾਹਤ ਸੀ, ਮਨ ਦੀ ਇੱਛਾ ਸੀ, ਪਰ ਉਹਨੇ ਉਸ ਚੀਜ਼ ਲਈ ਫਿਰ ਕੀ ਹੈ ਆਪਣੇ ਆਪ ਨੂੰ ਮਿਹਨਤ ਦੇ ਵਿੱਚ ਲਾਇਆ ਕਿ ਮੈਂ ਨਹੀਂ ਉੱਥੇ ਜਾਵਾਂ, ਤੇ ਉਹ ਗਿਆ। And so when he came to the bus stop, he saw there is no bus. What did he do in verse 4? He started running ahead and he climbed a tree. ਤੇ ਦੇਖੋ ਜਦੋਂ ਉਹ ਬੱਸ ਸਟਾਪ ਤੇ ਆਇਆ ਤੈਨੂੰ ਪਤਾ ਲੱਗਾ ਕਿ ਬੱਸ ਨਹੀਂ ਹੈਗੀ, ਫਿਰ ਉਹਨੇ ਕੀ ਕੀਤਾ, ਯਕੀਨ ਨੇ ਕੀ ਕੀਤਾ, ਜਦੋਂ ਉਹਨੂੰ ਪਤਾ ਲੱਗਾ ਕਿ ਇੰਨੀ ਭੀੜ ਹੈ ਤਾਂ ਭੀੜ ਦੇ ਵਿੱਚੋਂ ਭੱਜ ਕੇ ਅੱਗੇ ਜਾ ਕੇ ਦਰਖਤ ਦੇ ਉੱਤੇ ਚੜ ਗਿਆ। I fell in love with this word. He ran and he climbed the tree. He made an effort. ਤੇ ਮੈਂ ਇਸ ਗੱਲ ਤੋਂ ਬੜਾ ਹੀ ਖੁਸ਼ ਤੇ ਜ਼ਿਆਦਾ ਪ੍ਰਭਾਵਿਤ ਹੁੰਨਾ ਕਿ ਦੇਖੋ ਉਹ ਉੱਥੋਂ ਭੱਜਿਆ ਤੇ ਭੱਜ ਕੇ ਉਹ ਦਰਖਤ ਦੇ ਉੱਤੇ ਚੜਿਆ, ਤੇ ਦਰਖਤ ਦੇ ਉੱਤੇ ਚੜਨ ਲਈ ਉਹਨੇ ਉਹ ਮਿਹਨਤ ਕੀਤੀ, ਉਹ ਸੈਕਰੀਫਾਈਸ ਕੀਤਾ ਕਿ ਮੈਂ ਉਸ ਦੇ ਉੱਤੇ ਚੜਾਂ। Amen. And we must learn from Zacchaeus. Sometimes we will need to run and climb on the tree before Jesus will be coming there, because we need to have that excitement of encountering mulaqat,
to do with Jesus. ਸਾਨੂੰ ਵੀ ਯੱਕੀ ਦੀ ਤਰ੍ਹਾਂ ਬਣਨਾ ਚਾਹੀਦਾ ਹੈ ਕਿ ਅਸੀਂ ਵੀ ਯੱਕੀ ਦੀ ਤਰ੍ਹਾਂ ਭੱਜ ਕੇ ਦਰਖਤਾਂ ਤੇ ਚੜ੍ਹੀਏ ਤੇ ਉਸ ਚੀਜ਼ ਨੂੰ ਕਲੇਮ ਕਰੀਏ, ਉਸ ਚੀਜ਼ ਨੂੰ ਦੇਖੀਏ ਕਿ ਜੋ ਪ੍ਰਭੂ ਯਿਸੂ ਮਸੀਹ ਆ ਰਿਹਾ, ਬਲਕਿ ਆਪਣੇ ਅੰਦਰ ਇੱਕ ਉਤਸ਼ਾਹਪਣ ਰੱਖੀਏ ਕਿ ਅਸੀਂ ਅੱਜ ਪ੍ਰਭੂ ਯਿਸੂ ਮਸੀਹ ਨਾਲ ਮੁਲਾਕਾਤ ਕਰਨੀ ਹੈ। ਉਸੇ ਤਰ੍ਹਾਂ ਦਾ ਉਤਸ਼ਾਹਪਣ ਸਾਡੀ ਜ਼ਿੰਦਗੀ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਅਸੀਂ ਯਿਸੂ ਦੇ ਲਈ ਭੱਜੀਏ, ਕਿ ਅਸੀਂ ਉਹਨੂੰ ਮਿਲਣਾ ਹੈ, ਅਸੀਂ ਉਹਦੇ ਨਾਲ ਅੱਜ ਮੁਲਾਕਾਤ ਕਰਨੀ ਹੈ। Because the Bible promises that when we seek, we shall find. When we knock, the door shall be opened. Hallelujah. ਤੇ ਜਿਵੇਂ ਸਾਨੂੰ ਪਤਾ ਕਿ ਅਸੀਂ ਜੇ ਡੋਰ ਨੂੰ ਖੜਕਾਵਾਂਗੇ ਤਾਂ ਸਾਡੇ ਲਈ ਖੁੱਲ ਜਾਊਗੀ, ਤੇ ਅਗਰ ਅਸੀਂ ਕੁਝ ਲੱਭਣ ਜਾਵਾਂਗੇ ਤੇ ਸਾਨੂੰ ਮਿਲ ਵੀ ਜਾਏਗਾ। ਬਾਈਬਲ ਦੇ ਵਿੱਚ ਇੱਕ ਸਾਫ਼ ਕਲੀਅਰ ਲਿਖਿਆ ਹੋਇਆ ਹੈ, ਤਾਂ ਸਾਨੂੰ ਕੀ ਹੈ, ਉਹਨੂੰ ਲੱਭਣਾ ਚਾਹੀਦਾ। And here we have Zacchaeus seeking, knocking, trying to somehow get to Jesus. ਤੇ ਇੱਥੇ ਅਸੀਂ ਦੇਖਦੇ ਕਿ ਯੱਕੀ ਹੈ ਜਿਹੜਾ ਉਹ ਹਰ ਉਹ ਸੰਭਵ ਕੋਸ਼ਿਸ਼ ਹੈ ਜਿਹੜੀ ਕਰ ਰਿਹਾ ਹੈ, ਜਿਹੜੀ ਕਿ ਉਹ ਕਰਨੀ ਚਾਹੀਦੀ ਹੈ, ਉਹ ਦਰਵਾਜ਼ੇ ਨੂੰ ਖੜਕਾ ਰਿਹਾ ਹੈ, ਉਹ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਜਿਹੜਾ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਲ ਮੇਲ ਕਰ ਸਕਾਂ। And he is doing everything possible that is within his control. He is not giving anyone, or he is not having any excuse that he is not doing something that he should do. He's trying all options. He's running, he's climbing. He's not just running ahead and finding another spot. He's even thinking, now, if I run ahead, I must have also another strategy. I'm still short. I'm not going to become in 5 minutes tall. I need to climb on the tree. And many of us need to climb on the tree after we have ran. ਜਦੋਂ ਅਸੀਂ ਦੇਖੋ, ਜਦੋਂ ਯੱਕੀ ਨੂੰ ਪਤਾ ਚੱਲਿਆ ਸੀ ਉਹਦਾ ਕੱਦ ਛੋਟਾ ਹੈ, ਠੀਕ ਹੈ, ਨਹੀਂ ਦੇਖ ਪਾਏਗਾ, ਤਾਂ ਉਹਨੇ ਫਿਰ ਕੀ ਹੈ, ਭੱਜ ਕੇ ਉਸ ਦਰਖਤ ਦੇ ਉੱਤੇ ਚੜ੍ਹਨਾ ਸੀ। ਚੜ੍ਹਨ ਦੇ ਪਿੱਛੋਂ ਵੀ ਉਹਨੇ ਆਪਣੇ ਆਪ ਦੇ ਇੱਕ ਪਲੈਨਿੰਗ ਬਣਾਈ, ਇੱਕ ਕਹਿ ਲਓ ਵੀ ਇੱਕ ਚੀਜ਼ ਰੱਖੀ ਕਿ ਹਾਂ ਮੈਂ ਭੱਜਾਂਗਾ, ਭੱਜ ਕੇ ਦਰਖਤ ਦੇ ਉੱਤੇ ਚੜਾਂਗਾ ਤਾਂ ਕਿ ਜਿਹੜਾ ਮੇਰਾ ਕੱਦ ਹੈ ਛੋਟਾ ਉਹ ਵੱਡਾ ਹੋ ਜਾਊਗਾ ਦਰਖਤ ਦੇ ਉੱਤੇ ਚੜ੍ਹ ਕੇ। ਤਾਂ ਉਸੇ ਤਰ੍ਹਾਂ ਅੱਜ ਵੀ ਸਾਨੂੰ ਵੀ ਮੇਰੇ ਭੈਣਾਂ ਭਰਾ ਜਿਹੜੇ ਸੁਣ ਰਹੇ ਨੇ, ਕਿਸੇ ਨਾ ਕਿਸੇ ਨੂੰ ਅੱਜ ਦਰਖਤ ਦੇ ਉੱਤੇ ਚੜ੍ਹ ਕੇ ਉਸ ਚੀਜ਼ ਨੂੰ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਦੇਖ ਸਕੀਏ। He tried to help himself. He did not complain about the environment and the situation around him. He did not become a victim of the situation, but he was over the situation. ਤੇ ਉਹ ਸਮੇਂ ਵੀ ਦੇਖੋ, ਉਹਨੇ ਆਪਣੇ ਆਪ ਨੂੰ ਬਚਾਉਣ ਦੇ ਲਈ, ਆਪਣੇ ਆਪ ਨੂੰ ਦੇਖਣ ਦੇ ਲਈ, ਆਪਣੇ ਆਪ ਨੂੰ ਕਰਨ ਦੇ ਲਈ ਉਸ ਚੀਜ਼ ਨੂੰ ਕੀਤਾ, ਨਾ ਕਿ ਉਹਨੇ ਕਿਸੇ ਚੀਜ਼ ਦੀ ਕੰਪਲੇਨ ਕੀਤੀ ਜਾਂ ਦੋਸ਼ ਲਾਇਆ ਕਿ ਇੱਥੇ ਬੜਾ ਕਰਾਊਡ ਹੈ ਜਾਂ ਭੀੜ ਹੈ, ਕਿਸੇ ਵੀ ਤਰ੍ਹਾਂ ਦਾ ਏਦਾਂ ਨਹੀਂ ਕੀਤਾ। ਪਰ ਉਹਨੇ ਆਪਣੇ ਆਪ ਦੇ ਲਈ ਉਸ ਚੀਜ਼ ਨੂੰ ਕੀਤਾ ਕਿ ਮੈਂ ਉਸ ਕਰਾਊਡ ਦੇ ਵਿੱਚੋਂ ਵੀ ਯਿਸੂ ਮਸੀਹ ਨੂੰ ਦੇਖ ਸਕਾਂ, ਤੇ ਉਸ ਚੀਜ਼ ਨੂੰ ਉਹਨੇ ਕੀਤਾ ਵੀ। Because that desire to meet with Jesus was so intense in Zacchaeus, and that is what we need to have. ਜਿਹੜਾ ਉਹਦਾ ਡਿਜ਼ਾਇਰ ਸੀ, ਜਿਹੜੀ ਉਹਦੀ ਇੱਛਾ ਸੀ ਮਨ ਦੀ, ਉਹ ਬੜੀ ਹੀ ਜ਼ਿਆਦਾ ਪ੍ਰਭਾਵਸ਼ਾਲੀ ਤੇ ਬੜੀ ਹੀ ਵਧੀਆ ਇੱਛਾ ਸੀ ਜਿਹੜੀ ਕਿ ਉਹਦੇ ਅੰਦਰ ਜਗੀ ਸੀ ਕਿ ਮੈਂ ਪ੍ਰਭੂ ਯਿਸੂ ਮਸੀਹ ਨੂੰ ਮਿਲਣਾ ਤੇ ਦੇਖਣਾ। ਤੇ ਉਹੀ another thing I find so surprising when I ask people, why don't you make a Facebook account for the church meetings? And you know the answer that I get, I don't have a Facebook account. ਕਈ ਵਾਰ ਜਦੋਂ ਅਸੀਂ ਹੁਣ ਡੇਲੀ ਲਾਈਫ ਦੇ ਵਿੱਚ ਦੇਖਦੇ ਹਾਂ, ਅਸੀਂ ਕਈ ਵਾਰ ਭੈਣਾਂ ਭਰਾਵਾਂ ਨੂੰ ਪੁੱਛ ਲੈਂਦੇ ਹਾਂ ਕਿ ਤੁਸੀਂ ਜਿਹੜਾ ਫੇਸਬੁੱਕ ਤੇ ਕਿਉਂ ਨਹੀਂ ਆ ਰਹੇ, ਜਾਂ ਤੁਸੀਂ ਆਪਣਾ ਫੇਸਬੁੱਕ ਅਕਾਊਂਟ ਤੇ ਲਾਈਵ ਕਿਉਂ ਨਹੀਂ ਮੀਟਿੰਗਾਂ ਨੂੰ ਦੇਖ ਰਹੇ। ਤਾਂ ਮੈਨੂੰ ਬੜੀ ਹੈਰਾਨਗੀ ਦੀ ਗੱਲ ਹੁੰਦੀ ਜਦੋਂ ਉਹਨਾਂ ਦਾ ਉੱਤਰ ਸੁਣਨ ਨੂੰ ਮਿਲਦਾ ਕਿ ਮੇਰੇ ਕੋਲ ਫੇਸਬੁੱਕ ਅਕਾਊਂਟ ਹੀ ਨਹੀਂ ਹੈਗਾ। If you don't have a Facebook account, you just make one and come on the meetings that the church is doing. ਤੇ ਜੇ ਤੁਹਾਡੇ ਕੋਲ ਫੇਸਬੁੱਕ ਅਕਾਊਂਟ ਨਹੀਂ ਹੈਗਾ ਤਾਂ ਤੁਸੀਂ ਕੀ ਆਪਣੇ ਆਪ ਨੂੰ ਮਿਹਨਤ ਕਰਕੇ ਉਸ ਇੱਕ ਅਕਾਊਂਟ ਨੂੰ ਬਣਾ ਸਕਦੇ ਹੋ ਤਾਂ ਕਿ ਤੁਸੀਂ ਫੇਸਬੁੱਕ ਚਰਚ ਦੀ ਜਿਹੜੀ ਮੀਟਿੰਗ ਉਹਦੇ ਵਿੱਚ ਆ ਸਕੋ ਤੇ ਥੋੜਾ ਜਿਹਾ ਸੈਕਰੀਫਾਈਸ ਕਰ ਸਕੋ। Same thing with the Mail Milap, the Skype meetings. We say to people, come on the Skype meetings. It is on the Skype, the Mail Milap, and they say, I don't have a Skype account. ਤੇ ਉਸੇ ਤਰ੍ਹਾਂ ਹੀ ਸੇਮ ਜਿਹੜੀ ਸਕਾਈਪ ਦੇ ਉੱਤੇ ਹੋ ਰਹੀ ਹੈ, ਤੇ ਜਿਵੇਂ ਹੁਣ ਸਾਡੇ ਮੇਲ ਮਿਲਾਪ ਦੇ ਗਰੁੱਪ ਚੱਲ ਰਹੇ ਨੇ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਸਕਾਈਪ ਦੀ ਆਈਡੀ ਬਣਾਓ ਤੇ ਜੁਆਇਨ ਕਰੋ, ਤਾਂ ਉਹਨਾਂ ਕੋਲ ਸੇਮ ਚੀਜ਼ ਹੁੰਦੀ ਹੈ ਕਿ ਸਾਡੇ ਕੋਲ ਸਕਾਈਪ ਆਈਡੀ ਹੀ ਨਹੀਂ ਹੈਗੀ। ਤੇ ਤੁਸੀਂ ਸਕਾਈਪ ਆਈਡੀ ਬਣਾ ਸਕਦੇ ਹੋ। if you don't have one, then download please. This is so simple. ਤੇ ਮੈਂ ਉਹਨਾਂ ਨੂੰ ਸਿੰਪਲ ਚੀਜ਼ਾਂ ਨੂੰ ਕਹਿੰਦਾ ਹੁੰਦਾ ਕਿ ਬੜੀ ਹੀ ਆਸਾਨ ਹੈ, ਤੁਸੀਂ ਇਸ ਨੂੰ ਡਾਊਨਲੋਡ ਕਰੋ ਤੇ ਇੱਕ ਅਕਾਊਂਟ ਹੈ ਜਿਹੜਾ ਸਕਾਈਪ ਦਾ ਬਣਾਓ ਤਾਂ ਕਿ ਤੁਸੀਂ ਸਾਡੇ ਨਾਲ ਜੁੜ ਸਕੋ ਮੀਟਿੰਗ ਦੇ ਵਿੱਚ। We are even sending now a video how to download Skype. This is funny, but this is true.
ਤੇ ਇਹ ਬੜੀ ਇੱਕ ਹਾਸੇ ਵਾਲੀ ਗੱਲ ਹੋਊਗੀ, ਠੀਕ ਹੈ, ਕਿ ਅਸੀਂ ਹੁਣ ਲੋਕਾਂ ਦੇ ਲਈ ਕੀ ਇੱਕ ਵੀਡੀਓ ਵੀ ਬਣਾਈ ਹੈ ਕਿ ਕਿੱਦਾਂ ਸਕਾਈਪ ਨੂੰ ਡਾਊਨਲੋਡ ਕਰਨਾ ਹੈ ਤੇ ਫਿਰ ਕਿਸ ਤਰ੍ਹਾਂ ਦਾ ਅਕਾਊਂਟ ਹੈ ਜਿਹੜਾ ਬਣਾਉਣਾ ਹੈ, ਠੀਕ ਹੈ, ਪਰ ਅਸੀਂ ਇਹ ਵੀ ਕੀਤਾ ਕਿ ਅਸੀਂ ਉਹ ਵੀਡੀਓ ਵੀ ਬਣਾਈ ਹੈ। So I know that sometimes people have problems with their phones. I know that very well, and there is some difficulty. But otherwise, if we want to see Jesus, if we want to meet him, then we need to be running and climbing the tree. Hallelujah, Rimpi. ਮੈਨੂੰ ਪਤਾ ਹੈ, ਦੇਖੋ ਕਿ ਕਈ ਵਾਰ ਕਈ ਭੈਣਾਂ ਭਰਾਵਾਂ ਦੀ ਪ੍ਰੋਬਲਮ ਹੁੰਦੀ ਹੈ ਕਿ ਉਸ ਚੀਜ਼ ਨੂੰ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦੇ ਫੋਨ ਛੋਟੇ ਹੁੰਦੇ ਨੇ ਜਾਂ ਫੋਨ ਦੀ ਉਹ ਚੀਜ਼ ਅਸੈਪਟੇਬਲ ਨਹੀਂ ਹੁੰਦੀ। ਪਰ ਫਿਰ ਵੀ ਮੈਂ ਇਹੋ ਕਹਾਂਗਾ, ਜੇ ਤੁਸੀਂ ਯਿਸੂ ਮਸੀਹ ਨੂੰ ਦੇਖਣਾ ਚਾਹੁੰਦੇ ਹੋ, ਤੁਹਾਡੇ ਮਨ 'ਚ ਇੱਛਾ ਹੈ ਤਾਂ ਤੁਸੀਂ ਉਸ ਚੀਜ਼ ਨੂੰ ਸੰਭਵ ਕਰੋਗੇ, ਪੂਰੀ ਕਰੋਗੇ। Amen. And then the story continues that Jesus, when he came by the tree, the first thing he did was he saw Zacchaeus and he said, "Come down. I want to come to your house." That was so powerful. That was so powerful. Zacchaeus did not even invite Jesus, but Jesus said, "I am coming to your house." And that is what Jesus will do. When we run, when we climb the tree, Jesus will come to dine with us. ਤੇ ਉਹੀ ਸੇਮ ਚੀਜ਼ ਦੇਖੋ ਅਸੀਂ ਕਹਾਣੀ ਦੇ ਵਿੱਚ ਅੱਗੇ ਦੇਖਦੇ ਹਾਂ ਕਿ ਜਦੋਂ ਉਹਨੇ ਆਪਣੀ ਮਿਹਨਤ ਕੀਤੀ, ਮਿਹਨਤ ਕਰਕੇ ਦਰਖਤ ਦੇ ਉੱਤੇ ਚੜ੍ਹਿਆ, ਤਾਂ ਦੇਖੋ ਯਕੀ ਨੂੰ ਇਹ ਕਹਿਣ ਦੀ ਜ਼ਰੂਰਤ ਵੀ ਨਹੀਂ ਪਈ ਕਿ ਪ੍ਰਭੂ ਯਿਸੂ ਮਸੀਹ ਤੂੰ ਮੇਰੇ ਘਰੇ ਆ, ਬਲਕਿ ਅੱਗੋਂ ਪ੍ਰਭੂ ਯਿਸੂ ਮਸੀਹ ਨੂੰ ਦੇਖ ਕੇ ਕਿਹਾ ਕਿ ਥੱਲੇ ਆ ਜਾ ਦਰਖਤ ਤੋਂ ਯਕੀ, ਮੈਂ ਅੱਜ ਤੇਰੇ ਘਰ ਜਾਵਾਂਗਾ। And the whole life of Zacchaeus changed that day. Whole life. ਤੇ ਉਸੇ ਦਿਨ ਪੂਰੀ ਜਿਹੜੀ ਜ਼ਿੰਦਗੀ ਸੀ ਯਕੀ ਦੀ, ਉਹ ਟੋਟਲੀ ਜਿਹੜੀ ਸੀ ਬਦਲ ਗਈ। Look at verse 8, please. Art verse read karo, please. Ayat. 8ਵੀਂ Or ਆਇਤ 9, ਤੋਂ 9 ਪੜਾਂਗੇ bhi ਆਪਾਂ pado, ਦੁਬਾਰਾ। please. 8 और 9 दोनों पढ़ो, एक जना कोई भी 8 ਤੇ 9 आयत ਨੂੰ। बेअंत को पढ़ सकती है? ਹਾਂਜੀ ਹਾਂਜੀ ਮੈਂ ਪੜ੍ਹ 8 and 9 ਓਕੇ। ਯਸ਼ੂ ਨੇ ਕਿਹਾ, ਅੱਜ ਇਹ ਖਾਨਦਾਨ ਲਈ ਮੁਕਤੀ ਆਈ ਹੈ ਕਿਉਂਕਿ नहीं, ਇਹ 8 आप 9 से स्टार्ट किया, 8 पढ़ो प्लीज। ਪਰ ਜੱਕੀ ਉੱਪਰ ਉੱਠਿਆ ਅਤੇ ਆਖਿਆ, ਪ੍ਰਭੂ ਮੈਂ ਆਪਣਾ ਅੱਧਾ ਧਨ ਗਰੀਬਾਂ ਨੂੰ ਦੇਣ ਦਾ ਇਕਰਾਰ ਕਰਦਾ ਹਾਂ। ਜੇਕਰ ਮੈਂ ਕਿਸੇ ਨਾਲ ਧੋਖਾ ਕਰਾਂ ਤਾਂ ਉਸ ਦਾ ਚੌਗਣਾ ਉਸ ਮਨੁੱਖ ਨੂੰ ਮੋੜਾਂਗਾ। ਯਸ਼ੂ ਨੇ ਕਿਹਾ, ਅੱਜ ਇਸ ਖਾਨਦਾਨ ਲਈ ਮੁਕਤੀ ਆਈ ਹੈ ਕਿਉਂਕਿ ਇਹ ਮਸੂਲੀਆ ਵੀ ਪਰਮੇਸ਼ਰ ਦੇ ਚੁਣੇ ਹੋਏ ਲੋਕਾਂ ਵਿੱਚੋਂ ਇੱਕ ਹੈ। ਮਨੁੱਖ ਦਾ आमेन आमेन। कदम क्या? ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਹੈ। Amen. Can you see the change, the transformation in the? Can you see the change and the transformation that came in this man's life? He wanted to give 4 times back from what he had stolen from people. ਤੇ ਤੁਸੀਂ ਹੁਣ ਦੇਖੋ ਕਿ ਉਸ ਬੰਦੇ ਦੇ ਵਿੱਚ, ਉਸ ਯਕੀ ਦੇ ਵਿੱਚ ਕਿੰਨਾ ਬਦਲਾਅ ਆਇਆ, ਕਿੰਨੀ ਜਿਹੜੀ ਇੱਕ ਤਰ੍ਹਾਂ ਦਾ ਉਹਦਾ ਜੀਵਨ ਸੀਗਾ ਬਦਲ ਗਿਆ ਯਿਸੂ ਮਸੀਹ ਨੂੰ ਮਿਲਣ ਤੋਂ ਬਾਅਦ, ਕਿ ਉਹ ਕਹਿ ਰਿਹਾ ਕਿ ਜਿਸ ਤੋਂ ਕਿਸੇ ਤੋਂ ਵੀ ਮੈਂ ਲਿਆ ਮੈਂ ਉਸਨੂੰ 4 ਗੁਣਾ ਵਾਪਸ ਕਰਨ ਨੂੰ ਤਿਆਰ ਹਾਂ। Amen. And then what did Jesus say? Jesus said that today salvation, mukti has come to this household. Hallelujah. But where did it start? Where did it start? It started by Zacchaeus making an effort to come out in the bead, in the crowd, and then when he saw he couldn't see Jesus, then he started running, and then he went up on the tree. That is where it started. The mukti started there, not in the final act of Jesus coming, but there when he started running and climbing on the tree. All those things are very important. The background is very important. ਕਿ ਉਸੇ ਤਰ੍ਹਾਂ ਦੇਖ ਸਕਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਇਸ ਘਰ ਦੇ ਵਿੱਚ ਅੱਜ ਮੁਕਤੀ ਆਈ ਹੈ, ਠੀਕ ਹੈ, ਪਰ ਉਹ ਮੁਕਤੀ ਸੀ ਜਿਹੜੀ ਉਹ ਕਿਸ ਤਰ੍ਹਾਂ ਆਈ ਹੈ, ਉਹ ਆਖਰ ਦੇ ਵਿੱਚ ਨਹੀਂ ਆਈ ਜਦੋਂ ਪ੍ਰਭੂ ਯਿਸੂ ਮਸੀਹ ਦੇ ਘਰੇ ਆਇਆ, ਬਲਕਿ ਮੁਕਤੀ ਉਸ ਸਮੇਂ ਆਈ ਹੈ ਜਦੋਂ ਯਕੀ ਨੇ ਆਪਣਾ ਜਿਹੜਾ ਚਾਹਤ ਸੀ, ਆਪਣੀ ਇੱਛਾ ਸੀ, ਆਪਣੇ ਆਪ ਨੂੰ ਕੀ ਹੈ ਉਸ ਦੇ ਵਿੱਚ ਲੈ ਕੇ ਆਂਦਾ ਕਿ ਮੈਂ ਅੱਜ ਪ੍ਰਭੂ ਯਿਸੂ ਮਸੀਹ ਨੂੰ ਦੇਖਣਾ। ਉਹਨੇ ਉਸ ਚੀਜ਼ ਦੀ ਚਾਹਤ ਅੰਦਰ ਦਿਖਾਈ ਤੇ ਉਸ ਚਾਹਤ ਨੂੰ ਪੂਰਾ ਕੀਤਾ, ਤਾਂ ਫਿਰ ਉਸ ਘਰ ਦੇ ਵਿੱਚ ਕੀ ਹੈ ਮੁਕਤੀ ਆਈ। Today you can encounter, we all can encounter Jesus if we are willing to run and climb the tree in the spiritual sense. ਅਗਰ ਆਤਮਿਕ ਤੌਰ ਤੇ ਅੱਜ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਦੇ ਨਾਲ ਅੱਜ ਮੁਲਾਕਾਤ ਕਰਦੇ ਹਾਂ, ਠੀਕ ਹੈ, ਅੱਜ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅੱਜ ਉਹ ਸਮਾਂ ਠੀਕ ਹੈ ਕਿ ਅਸੀਂ ਉਸ ਚੀਜ਼ ਨੂੰ ਡਿਕਲੇਅਰ ਕਰੀਏ ਆਪਣੀ ਜ਼ਿੰਦਗੀ ਦੇ ਵਿੱਚ। Amen, amen. So this was a little sharing from today. ਇਹ ਥੋੜਾ ਜਿਹਾ ਵਚਨ ਸੀ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀਗਾ।
ਆਮੀਨ।